कितनी जिंदगियां इस वैश्विक महामारी से, अगर इसे वक्त पर संभाला नहीं गया तो हमारे हिंदुस्तान की तस्वीर ही बदल जाएगी। हमने कई परिवारों को देखा है जो जमीन के चंद टुकड़े के लिए एक दूसरे से लड़ते झगड़ते हैं, और जहां इस कोविड-19 जैसी डेडली डिसीज ने हमारे पूरे देश को हिला के रख दिया है, हमारा हिंदुस्तान भी इससे कहीं पीछे नहीं रहा। और इस समय एक ऐसा नाजुक वक्त आ चुका है जहां पर अपनों का साथ देने के लिए तैयार नहीं है, उनका अंतिम संस्कार करने के लिए तैयार नहीं है। और अब हम आपको जिस शख्सियत से मिलवाने जा रहे हैं, उन्होंने एक बहुत बड़ा कदम उठाया है। आप मेरे पीछे ज़मीन का एक टुकड़ा देख सकते हैं। हम उन्हीं शख्सियत से अब आपको मिलवाएंगे जो अकाली दल के पूर्व लीडर और जिला परिषद के मेंबर हैं सुखवंत सिंह टिल्लू जी, जो हमें बताएंगे कि इस कोरोना वायरस जैसी डेडली बीमारी में वो ऐसा क्या कदम उठाने जा रहे हैं जिससे हम सभी को एक प्रेरणा मिलेगी कि इस नाजुक समय को कैसे संभाला जाए और कैसे हम दूसरों की सहायता के लिए आगे आ सकते हैं, चाहे वो सहायता किसी भी रूप में हो। तो चलिए आपको मिलवाते हैं सुखवंत सिंह टिल्लू जी से। सर, हम आपसे यही पूछना चाहेंगे कि आप भी डेली न्यूज़ देखते ही होंगे कि इस वैश्विक महामारी ने हमारे पूरे देश को हिला के रख दिया है, तो आप किस तरीके से आगे आकर लोगों की सहायता करने के लिए इस टाइम तैयार हैं? वाहिगुरू जी का खालसा, वाहिगुरू जी की फतेह। जो जे दुनिया ते वर्ल्ड ਦੇ ਉੱਤੇ ਇੱਕ ਮਹਾਮਾਰੀ ਜਿਹੜੀ ਚੱਲੀ ਆ ਬਹੁਤ ਭਿਆਨਕ ਹੈ। ਅਸੀਂ ਕਿੰਨੇ ਦਿਨ ਹੋ ਗਏ ਮੋਦੀ ਸਾਹਿਬ, ਕੈਪਟਨ ਸਾਹਿਬ ਔਰ ਦੁਨੀਆ ਦੇ ਵਿੱਚ ਵੀ ਅਸੀਂ ਜੋ ਇਹਨਾਂ ਦੇ ਮੈਸੇਜ ਆ, ਕਿਉਂਕਿ ਸਰਕਾਰ ਦੀ ਹਰ ਗੱਲ ਮੰਨਣੀ ਚਾਹੀਦੀ ਹੈ, ਕਿਉਂਕਿ ਸਰਕਾਰ ਕਿਸ ਆਪਦੇ ਲਈ ਨਹੀਂ, ਸਰਕਾਰ ਸਾਡੀ ਭਲਾਈ ਲਈ ਜੋ ਕੁਝ ਕਰਦੀ ਹੈ ਉਹ ਕਰਦੀ ਹੈ। ਕਈ ਇਹੋ ਜਿਹੇ ਸਿਸਟਮ ਹੋ ਜਾਂਦੇ ਨੇ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਇਹੋ ਜਿਹੀ ਮਹਾਮਾਰੀ ਆਊਗੀ, ਤਾਂ ਇਹੋ ਜਿਹੇ ਸਾਧਨ ਐਡੀ ਛੇਤੀ ਕੋਈ ਵੀ ਸਰਕਾਰ ਆ ਜਾਂ ਕੋਈ ਵੀ ਕੰਪਨੀ ਆ ਐਡੀ ਛੇਤੀ ਨਹੀਂ ਜਟਾ ਸਕਦੀ। ਸੋ ਇਸ ਕਰਕੇ ਕੋਈ ਲੰਗਰ ਲਾ ਰਿਹਾ, ਕੋਈ ਦਾਨ ਦੇ ਰਿਹਾ, ਕੋਈ ਮਾਸਕ ਦੇ ਰਿਹਾ, ਕੋਈ ਸੈਨੀਟਾਈਜ਼ਰ ਦੇ ਰਿਹਾ, ਕੋਈ ਕੁਛ ਕਰ ਰਿਹਾ। ਅਸੀਂ ਕਹਿੰਦੇ ਸਾਰਿਆਂ ਦਾ ਧੰਨਵਾਦ ਆ। ਜੋ ਵੀ ਜਿਹਦੇ ਕੋਲੇ ਜਿੰਨੀ ਕੁ ਸ਼ਰਧਾ ਹੈ, ਹਰੇਕ ਦੇ ਮਨ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਵੀ ਉਹਨਾਂ ਦੇ ਕੋਲੇ ਕੁਛ ਵੀ ਹੈ, ਅਸੀਂ ਕਹਿੰਦੇ ਜੋ ਵੀ ਬੰਦਾ ਕੋਈ ਦਾਨ ਦੇਣ ਵਾਲੇ ਆ, ਕੋਈ ਲੈਣ ਵਾਲੇ ਆ, ਸਾਰੇ ਰਲ ਮਿਲ ਕੇ ਅਸੀਂ ਆਪਦੇ ਦੇਸ਼ ਨੂੰ, ਪੰਜਾਬ ਨੂੰ, ਖਾਸ ਕਰਕੇ ਅਸੀਂ ਆਪਦੇ ਲੁਧਿਆਣੇ ਨੂੰ, ਜਿੱਥੇ ਦੇ ਅਸੀਂ ਜੰਮਪਲ ਆ, ਜਿੱਥੇ ਸਾਨੂੰ ਸਾਰਾ ਕੁਝ ਮਿਲਿਆ, ਅਸੀਂ ਉਸ ਨੂੰ ਚਾਹੁੰਦੇ ਹਾਂ ਵੀ ਸਾਡੇ ਇੱਥੇ ਵਾਹਿਗੁਰੂ ਦੀ ਕਿਰਪਾ ਰਵੇ, ਸਾਰੇ ਧਰਮਾਂ ਤੇ ਗਰੀਬ ਅਮੀਰ ਸਾਰਿਆਂ ਦੇ ਸਾਰੇ ਤੰਦਰੁਸਤ ਰਹਿਣ। ਔਰ ਕੁਛ ਭਾਈ ਨਿਰਮਲ ਸਿੰਘ ਦੀ ਜਦੋਂ ਡੈਥ ਹੋਈ ਹੈ, ਕੋਵਿਡ ਇਹਦੇ ਪੋਜ਼ਿਟਿਵ ਪਾਏ ਗਏ ਸੀ ਜਦੋਂ, ਤਾਂ ਉਸ ਤੋਂ ਬਾਅਦ ਇੱਕ ਲੁਧਿਆਣੇ ਦੇ ਸਾਡੇ ਬੀਬੀ ਜੀ ਸੀਗੇ, ਉਹਨਾਂ ਦੇ ਵੀ ਇੱਕ ਡੈਥ ਹੋ ਚੁੱਕੀ ਹੈ। ਤਾਂ ਅਸੀਂ ਮਨ ਦੇ ਵਿੱਚ ਖਿਆਲ ਆਇਆ, ਮੈਂ ਉਹਨਾਂ ਦੀ ਜਦੋਂ ਡੈੱਡ ਬਾਡੀ ਨੂੰ ਦੇਖਿਆ ਤੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਕਿੱਦਾਂ ਸਿੱਟ ਰਹੇ ਸੀ ਤੇ ਕੀ ਕਰ ਰਹੇ ਸੀ, ਤਾਂ ਆਪਦਾ ਪਰਿਵਾਰ ਹੀ ਨਹੀਂ ਉਹਨਾਂ ਦਾ ਉਹ ਨੇੜੇ ਆਇਆ ਕਿ ਅਸੀਂ ਬੋਡੀ ਨੂੰ ਹੱਥ ਲਾ ਦਈਏ ਜਾਂ ਕੁਝ ਕਰ ਦਈਏ। ਤਾਂ ਮਨ ਦੇ ਵਿੱਚ ਇੱਕ ਖਿਆਲ ਆਇਆ ਬਹੁਤ ਵੱਡਾ ਵੀ ਜੇ ਅਸੀਂ ਆਪ ਹੀ ਨਹੀਂ ਰਵਾਂਗੇ ਤਾਂ ਇਹ ਜ਼ਮੀਨਾਂ ਜਾਇਦਾਦਾਂ ਤੇ ਪੈਸਾ ਕੋਠੀਆਂ ਅਸੀਂ ਕਾਹਦੇ ਲਈ ਰੱਖਣੀਆਂ ਨੇ। ਸੋ ਇਸ ਕਰਕੇ ਮੇਰਾ ਪਿੰਡ ਰਾਮਗੜ੍ਹ ਸਰਦਾਰਾਂ ਜੀ, ਉੱਥੇ ਮੇਰੀ ਸੂਏ ਦੇ ਨਾਲ ਸਹਾਰਨਮਾਰੇ ਵਾਲੀ ਸੜਕ ਤੇ ਜ਼ਮੀਨ ਹੈ ਇਹ, ਤੇ ਇੱਥੇ ਮੈਂ ਚਾਹੁੰਦਾ ਵੀ ਜੇ ਕਿਸੇ ਦਾ ਵੀ ਕੋਈ ਵੀ ਅੱਬਲ ਤਾਂ ਪ੍ਰਮਾਤਮਾ ਕਿਸੇ ਨੂੰ ਵੀ ਇਹੋ ਜਿਹੀ ਭਿਆਨਕ ਬਿਮਾਰੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਨਾ ਕਰੇ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਾਨੂੰ ਇਹ ਮੌਕਾ ਨਾ ਦੇਖਣਾ ਪਵੇ। ਪਰ ਜੇ ਕੋਈ ਇੱਦਾਂ ਦਾ ਆ ਵੀ ਜਾਂਦਾ ਤਾਂ ਕਿਸੇ ਕਿਸਮ ਦਾ ਵੀ ਕੋਈ ਹੋ ਜਾਂਦਾ, ਤਾਂ ਜਿਵੇਂ ਸੰਗਰੂਰ ਜ਼ਿਲ੍ਹਾ ਸਾਡੇ ਨਾਲ ਲੱਗਦਾ, ਮੰਡੀ ਅਹਿਮਦਗੜ੍ਹ ਹੈ, ਸਾਡਾ ਮਲੌਦ ਹੈ, ਸਾਡਾ ਪੁਲਿਸ ਜ਼ਿਲ੍ਹਾ ਖੰਨਾ ਵਾ, ਔਰ ਲੁਧਿਆਣੇ ਅਸੀਂ ਰਹਿੰਦੇ ਹਾਂ। ਇੱਥੇ ਦਾ ਕੋਈ ਕਿਸੇ ਵੀ ਪੁਲਿਸ ਆਫਿਸਰ, ਡੀਸੀ ਸਾਹਿਬ, ਐਸਡੀਐਮ ਸਾਹਿਬ, ਕੋਈ ਵੀ ਗਜ਼ਟਡ ਅਫਸਰ ਜਾਂ ਕੋਈ ਵੀ ਕਿਸੇ ਕਿਸਮ ਛੋਟੇ ਤੋਂ ਛੋਟਾ ਵੀ ਮੁਲਾਜ਼ਮ ਸਾਨੂੰ ਟੈਲੀਫੋਨ ਕਰਕੇ ਕਹਿੰਦਾ ਵੀ ਤੁਸੀਂ ਸਾਨੂੰ ਪ੍ਰੋਬਲਮ ਆ ਰਹੀ ਹੈ ਕਿਸੇ ਕਿਸਮ ਦੀ, ਤਾਂ ਅਸੀਂ ਉਹਨਾਂ ਦਾ ਹਰ ਪੱਖੋਂ ਸਾਥ ਦੇਵਾਂਗੇ। ਜੇ ਹੋ ਸਕੂ ਕੋਈ ਪਰਿਵਾਰ ਜਾਂ ਸਰਕਾਰ ਜਾਂ ਕਿਸੇ ਕਿਸਮ ਦੀ ਕਿਸੇ ਸਹਾਇਤਾ ਦੀ ਵੀ ਹੋਰ ਦੀ ਵੀ ਲੋੜ ਹੋਊ, ਤਾਂ ਮੈਂ ਆਪਦੇ
ਪਰਿਵਾਰ ਨਾਲ ਬੈਠ ਕੇ ਆਪਦੇ ਬੇਟੇ ਇੰਦਰਜੋਤ ਨਾਲ, ਆਪਦੀ ਵਾਈਫ ਨਾਲ, ਬੀਬੀ ਇੰਦਰਜੀਤ ਕੌਰ ਨਾਲ ਔਰ ਸਾਰਿਆਂ ਨਾਲ ਰਲ ਮਿਲ ਕੇ ਬੈਠ ਕੇ ਸਲਾਹ ਕੀਤੀ ਤਾਂ ਸਾਰਿਆਂ ਨੇ ਮੈਨੂੰ ਇਹੀ ਗੱਲ ਕਹੀ, ਤੁਸੀਂ ਇਸ ਨੂੰ ਕਰੋ, ਅਸੀਂ ਤੁਹਾਡੇ ਨਾਲ ਆ। ਸੋ ਇਸ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿ ਰਿਹਾ, ਹੋਰ ਵੀ ਲੋਕ ਨੇ ਜਿਹੜੇ ਹੋਰ ਵੀ ਲੋਕ ਨੇ ਉਹ ਕਿਤੇ ਵੀ ਨੇ, ਹਿੰਦੁਸਤਾਨ 'ਚ ਕਿਤੇ ਨੇ, ਵਰਲਡ 'ਚ ਕਿਤੇ ਨੇ। ਮੈਂ ਤਾਂ ਕਹਿੰਦਾ ਜੇ ਕੋਈ ਦੱਬਲ ਤਾਂ ਇਹ ਜੀ ਬਿਪਤਾ ਪਵੇ ਨਾ, ਪਰ ਜੇ ਤੁਹਾਡੇ ਮਹੱਲੇ ਗਲੀ ਦੇ ਵਿੱਚ ਤੁਸੀਂ ਰੌਲਾ ਨਾ ਪਾਓ, ਪ੍ਰਸ਼ਾਸਨ ਨੂੰ ਤੰਗ ਪਰੇਸ਼ਾਨ ਨਾ ਕਰੋ, ਸਾਥ ਦੇਵੋ। ਤੇ ਇਸ ਕਰਕੇ ਉਹ ਆਪਾਂ ਇਸ ਨੂੰ ਜਿੱਦਾਂ ਵੀ ਹੈਗਾ ਆਪਾਂ ਸਾਰੇ ਜਾਣੇ ਰਲ ਮਿਲ ਕੇ, ਜਿਹੜਾ ਪ੍ਰਸ਼ਾਸਨ ਹੈ ਉਹ ਇਨਸਾਨ ਹੈ, ਉਹ ਸਾਡੇ ਹੀ ਭਰਾ ਪੁਲਿਸ 'ਚ ਨੇ, ਸਾਡੇ ਹੀ ਭਰਾ ਡਾਕਟਰ ਨੇ, ਸਾਡੇ ਹੀ ਭਰਾ ਸਾਰੇ ਨੇ, ਇਹ ਕੋਈ ਬਾਹਰਲੇ ਨਹੀਂ ਹੈਗੇ ਕਿ ਅਸੀਂ ਉਹ ਸਾਡੇ ਲਈ ਦਿਨ ਪਰ ਰਾਤ ਆਪਦੇ ਬੱਚੇ ਪਰਿਵਾਰਾਂ ਨੂੰ ਛੱਡ ਕੇ ਡਿਊਟੀਆਂ ਕਰ ਰਹੇ ਨੇ। ਮੈਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਨਾ ਜਿਹੜੀ ਪੁਲਿਸ ਨੂੰ ਅੱਜ ਤੱਕ ਹਰੇਕ ਬੰਦਾ ਮਾੜਾ ਕਹਿੰਦਾ ਸੀ, ਅੱਜ ਉਹੀ ਪੁਲਿਸ ਸਾਨੂੰ ਬਚਾਉਣ ਦੇ ਵਿੱਚ ਦਿਨ ਪਰ ਰਾਤ। ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਮੀਡੀਆ ਆਪਦੀ ਜਾਨ ਨੂੰ ਤਲੀ ਤੇ ਰੱਖ ਕੇ ਗਲੀ ਗਲੀ ਮਹੱਲੇ ਹਰ ਗੱਲ ਸਰਕਾਰ ਦੀਆਂ ਨਲਾਇਕੀਆਂ ਉਹ ਉਹਨਾਂ ਦੇ ਜੱਗਰ ਕਰ ਰਹੀਆਂ ਨੇ ਤੇ ਲੋਕਾਂ ਦੀਆਂ ਨਲਾਇਕੀਆਂ ਲੋਕਾਂ ਨੂੰ ਕਰ ਰਹੀਆਂ, ਲੋਕਾਂ ਨੂੰ ਕਰ ਰਹੀਆਂ ਨੇ। ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਆਪਦੀ ਜ਼ੁਬਾਨ ਤੇ ਆਪਦੀ ਗੱਲ ਤੇ ਪੂਰਾ ਖਰਾ ਉਤਰੂੰਗਾ। ਔਰ ਪਰ ਜੇ ਕਿਸੇ ਕਿਸਮ ਦਾ ਵੀ ਕੋਈ ਹੋਰ ਵੀ ਲੋਕ ਆ, ਮੈਂ ਕੱਲ ਪਰਸੋਂ ਸਰਪੰਚ ਬਸੈਮੀ ਸੁਖਵਿੰਦਰ ਸਿੰਘ ਜੀ, ਮੈਂ ਉਹਨਾਂ ਨਾਲ ਮੇਰੀ ਗੱਲ ਹੋਈ ਫੋਨ ਤੇ, ਮੈਨੂੰ ਕਹਿੰਦੇ ਜੀ ਤੁਸੀਂ ਬਹੁਤ ਵਧੀਆ ਕਦਮ ਚੁੱਕਿਆ। ਤੇ ਮੈਂ ਕਿਹਾ ਤੁਸੀਂ ਕੀ ਕਰਨਾ ਚਾਹੁੰਦੇ ਹੋ? ਉਹ ਕਹਿੰਦੇ ਅਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ, ਤੁਹਾਡਾ ਸਹਿਯੋਗ ਵੀ ਦੇਵਾਂਗੇ, ਲੋੜ ਪਈ ਤਾਂ ਅਸੀਂ ਵੀ ਆਪਦੇ ਸਾਰੇ ਪਰਿਵਾਰ ਨਾਲ ਰਹਿ ਕਰਕੇ, ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਹੀ ਹੋਊ। ਜਦੋਂ ਲੰਗਰ ਇੱਕ ਨੇ ਸ਼ੁਰੂ ਕੀਤਾ ਤਾਂ ਹਜ਼ਾਰਾਂ ਲੋਕਾਂ ਨੇ ਸ਼ੁਰੂ ਕਰ ਲਿਆ। ਤੋ ਇਸ ਕਰਕੇ ਜਦੋਂ ਅੱਜ ਅਸੀਂ ਇਹ ਦੇਖ ਲਿਓ ਕਿੰਨੀ ਇੱਕ ਲਹਿਰ ਬਣ ਜਾਣੀ ਹੈ ਬਹੁਤ ਵੱਡੀ। ਸੋ ਇੰਨਾ कुछ कहता हुआ खिमता जाचका। वाहिगुरू जी का खालसा, वाहिगुरू जी की फतेह। एक जैसे इटली और अमेरिका के जो आजकल हालात हम देख ही रहे हैं, बहुत बुरे हाल में, और हम कह सकते हैं कि इंसान की कोई कीमत ही नहीं रह गई। आप भी देखते होंगे न्यूज़ में, तो आपकी तरफ से एक बहुत अच्छा कदम उठाया गया। और वैसे तो हम चाहेंगे कि ऐसी कोई विपदा ना ही आए हमारे भारत के ऊपर। तो आपकी तरफ से अब हम यही चाहते हैं कि आप अपनी तरफ से जो हमारी गवर्नमेंट ने, पीएम मोदी जी ने स्टेप उठाया है, लॉकडाउन और आगे बढ़ा दिया गया है, तो आप लोगों को अपनी तरफ से क्या कहना चाहेंगे कि ये बीमारी ना फैले हिंदुस्तान तक, कि लोग अपने घरों में ही रहें? देखो अब तक जो आंकड़े आ रहे हैं रोज़ की रोज़, डीसी साहब लुधियाना दे रहे हैं, स्टेट के आ रहे हैं, इंडिया के आ रहे हैं। देखो मोदी साहब ने बहुत बड़ा लॉकडाउन वो किसी के लिए नहीं किया, हमारे लिए किया। वो उन्होंने अपना कोई फ़ायदा नहीं लिया। इस बंद करने से तो सरकार का करोड़ों अरबों रुपये का नुकसान हो रहा है। रोज़ की रोज़ सैलरियाँ उनकी पड़ रही हैं, आमदन बंद होगी। ऐसी फैक्ट्रियाँ हैं, भैये मजदूर हैं, ऐसे किसान हैं, सभी लोगों का जो खड़ गया। पर ज़रूरी है कि अब तो हमारी सभी लोगों की आदत बन चुकी है 15 दिन अंदर रहने की, फैमिलियाँ भी सेट हो चुकी हैं, हम भी खुद सेट हो चुके हैं। तो इसलिए हमको चाहिए भी ये बहुत बढ़िया कदम है। जे जितने इन्ने दिन असी ਜਿਹੜੇ ਕੱਢ ਲਏ 15 ਦਿਨ, ਤਾਂ 15 ਦਿਨ ਹੁਣ ਸਾਨੂੰ ਕੱਢਣੇ ਕੋਈ ਔਖੇ ਨਹੀਂ। ਤਾਂ ਸਾਨੂੰ ਹੁਣ ਪ੍ਰਸ਼ਾਸਨ ਨੂੰ, ਕਿਉਂਕਿ ਕਿਸੇ ਨੂੰ ਸਮਝਾਉਣ ਲਈ 2, 4, 5 ਦਿਨ ਚਾਹੀਦੇ ਨੇ, 15 ਦਿਨ 'ਚ ਪ੍ਰਸ਼ਾਸਨ ਨੇ ਸਾਨੂੰ ਸਮਝਾਤਾ। ਤੇ ਹੁਣ ਸਾਨੂੰ 15 ਦਿਨਾਂ 'ਚ ਪ੍ਰਸ਼ਾਸਨ ਦੀ ਹੈਲਪ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ, ਕਿ ਇਸ ਤੋਂ ਬਾਅਦ ਮੋਦੀ ਸਾਹਿਬ ਨੂੰ ਇਹ ਮੈਸੇਜ ਆਵੇ, ਕੈਪਟਨ ਅਮਰਿੰਦਰ ਸਿੰਘ ਗੱਲ ਕਰਨ ਵੀ ਮੇਰਾ ਪੰਜਾਬ ਬਿਲਕੁਲ ਤੰਦਰੁਸਤ ਹੈ, ਹਰਾ ਭਰਾ। ਇਸ ਕਰਕੇ ਮੈਂ ਲੋਕਡਾਊਨ 3 ਤਰੀਕ ਨੂੰ ਖੋਲੂੰਗਾ। ਉਹ ਤਾਂ ਖੋਲਣਗੇ ਜੇ ਅਸੀਂ ਸਹਿਯੋਗ ਦੇਵਾਂਗੇ। ਜੇ ਅਸੀਂ ਇੱਦਾਂ ਹੀ ਫਿਰੀ ਗਏ, ਇੱਕ ਦੂਜੇ ਨਾਲ ਹੱਥ ਮਿਲਾਉਂਦੇ ਰਹੇ, ਇੱਕ ਦੂਜੇ ਦੇ ਕੋਲੇ ਇੱਦਾਂ ਹੀ ਜਾਈਏ, ਤਾਂ ਸ਼ਾਇਦ ਇਹ ਬਿਮਾਰੀ ਭਿਆਨਕ ਆ। ਇੱਕ ਬੰਦੇ ਨਾਲ 65 ਬੰਦਿਆਂ ਨੂੰ ਇਹ ਕਰਦੀ ਹੈ ਅਟੈਕ। ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਨਹੀਂ ਨਿਕਲਣਾ ਚਾਹੀਦਾ, ਘਰੇ ਹੀ ਰਹਿਣਾ ਚਾਹੀਦਾ। हमें बताइए, जो ज़मीन के बारे में आप बात कर रहे हैं, वो कितनी ज़मीन आपकी तरफ से, मतलब ये लोगों की सहायता के लिए आपने आगे प्रोवाइड करवा रहे हैं? 5.5 एकड़ ज़मीन है मेरी, ये मेरे नाम पे है। सुखवंत सिंह सन ऑफ गुरदेव सिंह, पिंड रामगढ़ सदारा की। और उसमें संस्कार करने को तो बिग्गा 2 बिग्गे चाहिए, 3 बिग्गे चाहिए, कोई बात नहीं, जितनी जगह चाहिए। तो ये सिर्फ कोविड-9 वाले जो पेशेंट है जिनको कोई जगह नहीं देता उनके लिए ये सदा लिए। तो ये नहीं है कि वहाँ शमशान घाट बनाना है, सिर्फ ये पार्ट टाइम कोई नहीं जाने देता, कहीं नहीं कुछ करता। तो उतनी देर 5.5 किले में भी अव्वल तो मैं तो ये कह रहा हूँ, तो एक भी ना आए। अगर जेकर ऐसा कुदरत ने कर दिया कुछ, अव्वल तो होना नहीं चाहिए बिल्कुल। मैं तो अरदास करूँ, सुबह शाम अरदास करें, हम सभी लोग रल के अरदास करें। तो अगर ऐसा भयानक समा कोई आता भी है, अव्वल तो अब नहीं आएगा, क्योंकि ये गुरुओं की धरती है, जहाँ ऐसा कोई कदम नहीं उठ सकता, किसी भी कीमत पे नहीं उठ सकता। पर अगर होगा भी तो हम जो बोल दिया वो उसके ऊपर पूरा उतरेंगे।
सर अपना टाइम हमें देने के लिए। आपने देखा यह थे हमारे साथ अकाली दल के लीडर सुखवंत सिंह टिल्लू जी, जो प्रेरणा स्रोत बनकर आगे आए हैं सारे पंजाबियों के लिए। एक बहुत अच्छा सा मैसेज भी उनकी तरफ से मिला। तो हम यही चाहते हैं कि आप उनकी बातें सुनकर काफ़ी ज़्यादा मोटिवेटेड भी हुए होंगे। तो प्लीज़ ये जो नाजुक समय है, कोविड-19 जैसी डेडली डिसीज़ ने हमारे पूरे हिंदुस्तान को हिला के रखा हुआ है, आप भी जितना आपसे हो सकता है कोशिश करिए, आगे आइए, लोगों का सहारा बनिए, ताकि ये जो बीमारी है ये हमारे हिंदुस्तान से, पूरे देश से जल्द खत्म हो सके। कैमरामैन अमनदीप के साथ शिप्रा पसरीजा, टाइम्स पंजाब टीवी।